मॉर्निंग एवरीवन। सो बच्चों जो अपना सबजैक्ट हैगा एक्सपीरियंशियल लर्निंग अनुभवी सीखना ਉਹਦੇ ਆਪਾਂ ਟੌਪਿਕ डिस्कस कर रहे ਸੀਗੇ कि समुदाय के प्रति अध्यापक ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਕੀ ਹੈਗਾ मीनिंग ਵੀ ਜਿਹੜੀ ਇੱਕ ਐਜੂਕੇਸ਼ਨ ਹੈਗੀ ਹੈ ਉਸ ਦੇ ਵਿੱਚ ਜਦੋਂ ਆਪਾਂ ਐਜੂਕੇਸ਼ਨ ਦਾ ਇੱਕ ਕੋਆਰਡੀਨੇਸ਼ਨ ਬਣਾਉਂਦੇ ਆ ਤਾਂ ਆਦਾਨ ਪ੍ਰਦਾਨ ਕਰਨਾ ਗਿਆਨ ਦਾ ਇੱਕ ਸਕੂਲ ਦੇ ਵਿੱਚ ਹੀ ਨਹੀਂ ਆਪਾਂ ਸਮੁਦਾਇ ਦੇ ਵਿੱਚ ਦੇਖਦੇ ਹਾਂ। ਤਾਂ ਸਕੂਲ ਜਿਹੜਾ ਹੈਗਾਗਾ ਉਹ ਇੱਕ ਸਮੁਦਾਇ ਦਾ ਇੱਕ ਲਘੂ ਰੂਪ ਹੈ। ਕਹਿਣ ਦਾ ਭਾਵ ਕੀ ਹੈਗਾਗਾ ਇੱਕ ਸਮਾਜ ਦਾ ਛੋਟਾ ਇੱਕ ਸਮੂਹ ਹੈ ਜਿਹਨੂੰ ਅਸੀਂ ਸਮੁਦਾਇ ਦੇ ਵਿੱਚ ਅਸੀਂ ਗਿਣਦੇ ਹਾਂ ਜਾਂ ਮੰਨਦੇ ਹਾਂ। ਤਾਂ ਹੁਣ ਇੱਕ ਸਕੂਲ ਦੇ ਵਿੱਚ ਇੱਕ ਅਧਿਆਪਕ ਹੁੰਦਾ ਹੈ, ਫਿਰ ਮੁਖੀ ਹੁੰਦੇ ਹਨ, ਬਹੁਤ ਸਾਰੇ ਹੋਰ ਕਰਮਚਾਰੀ ਹੁੰਦੇ ਹਨ ਜਿਹੜੇ ਕਿ ਵੱਖ-ਵੱਖ ਰੁਤਬੇ ਦੇ ਅਨੁਸਾਰ ਵੱਖ-ਵੱਖ ਤਰੀਕੇ ਦੇ ਨਾਲ ਆਪਣੀਆਂ ਸੇਵਾਵਾਂ ਦਾ ਯੋਗਦਾਨ ਦਿੰਦੇ ਹਨ। ਤਾਂ ਆਪਾਂ ਇਹ ਦੇਖਦੇ ਹਾਂ ਕਿ ਜਿਹੜੀਆਂ ਸਾਡੇ ਕੋਲੇ ਟੌਪਿਕ ਹੈਗਾਗਾ ਕਹਿੰਦੇ ਕਿ ਸਮੁਦਾਇ ਹੈਗਾਗਾ ਜਿਸ ਦੇ ਪ੍ਰਤੀ ਅਸੀਂ ਸਮਾਜ ਦੀ ਗੱਲ ਕਰਦੇ ਹਾਂ। ਤਾਂ ਉਹਦੇ ਵਿੱਚ ਜਿਹੜਾ ਅਧਿਆਪਕ ਹੈਗਾਗਾ ਕੱਲੇ ਅਧਿਆਪਕ ਦਾ ਉਹਦਾ ਰੋਲ ਕੀ ਹੈਗਾਗਾ, ਭੂਮਿਕਾਵਾਂ ਐਂਡ ਅਤੇ ਰਿਸਪੌਂਸਿਬਿਲਟੀਆਂ ਜ਼ਿੰਮੇਵਾਰੀਆਂ ਆਪਾਂ ਇੰਟਰੋਡਕਸ਼ਨ ਦੇ ਵਿੱਚ ਡਿਸਕਸ ਕੀਤਾ ਸੀਗਾ। ਲਾਸਟ ਲੈਕਚਰ ਦੇ ਵਿੱਚ ਇਸੇ ਟੌਪਿਕ ਦੀ ਆਪਾਂ ਇੰਟਰੋਡਕਸ਼ਨ ਡਿਸਕਸ ਕੀਤੀ ਸੀ ਜੀ। ਵੀ ਆਪਾਂ ਕਿਹਾ ਸੀਗਾ ਵੀ ਜਿਹੜੀ ਅੱਜ ਦੀ ਆਧੁਨਿਕ ਜਿਹੜੀ ਸਿੱਖਿਆ ਹੈਗੀ ਆ ਉਹ ਬਾਲ ਕੇਂਦਰਿਤ ਔਰ ਸਮੁਦਾਇ ਦੇ ਕੇਂਦਰਿਤ ਹੈ। ਮਤਲਬ ਕਹਿਣ ਤੋਂ ਭਾਵ ਕੀ ਹੈ ਵੀ ਜੇਕਰ ਆਪਾਂ ਇਤਿਹਾਸ ਫਰੋਲ ਕੇ ਦੇਖੀਏ ਤਾਂ ਉੱਥੇ ਜਿਹੜੀ ਇੱਕ ਸਿੱਖਿਆ ਦਾ ਜਿਹੜਾ ਆਦਾਨ ਪ੍ਰਦਾਨ ਸੀਗਾ ਉਹ ਗੁਰੂ ਵੱਲੋਂ ਜਿਸ ਤਰੀਕੇ ਨਾਲ ਇੱਕ ਬੱਚੇ ਨੂੰ ਸਿੱਖਿਆ ਦਿੱਤੀ ਜਾਂਦੀ ਸੀਗੀ ਉਸੇ ਨੂੰ ਹੀ ਉਹ ਜਿਹੜਾ ਹੈਗਾ ਸਿੱਖਿਆ ਦਾ ਧਾਰਕ ਬਣਾ ਕੇ ਕਰੂਪ ਬਣਾ ਕੇ ਉਸ ਨੂੰ ਉਹ ਸਿੱਖ ਲੈਂਦਾ ਸੀਗਾ। ਪਰ ਅੱਜ ਦੇ ਵਿੱਚ ਆਪਾਂ ਟਾਈਮ ਦੇ ਵਿੱਚ ਦੇਖੀਏ, ਆਧੁਨਿਕ ਸਮੇਂ ਦੇ ਵਿੱਚ ਜੇਕਰ ਦੇਖੀਏ ਤਾਂ ਜਿਹੜਾ ਇੱਕ ਸਿੱਖਿਆ ਦਾ ਜਿਹੜਾ ਢਾਂਚਾ ਹੈਗਾਗਾ ਉਹ ਕਿਸ ਦੇ ਉੱਪਰ ਨਿਰਭਰ ਹੈ। ਕਹਿੰਦੇ ਇੱਕ ਬਾਲ ਦੇ ਕੇਂਦਰ ਦੇ ਉੱਪਰ ਨਿਰਭਰ ਹੈਗਾ ਜੀ, ਫਿਰ ਸਮੁਦਾਇ ਦੇ ਕੇਂਦਰ ਦੇ ਉੱਪਰ ਨਿਰਭਰ ਹੈਗਾਗਾ, ਫਿਰ ਜੀਵਨ ਕੇਂਦਰ ਦੇ ਉੱਪਰ ਨਿਰਭਰ ਹੈ। ਮਤਲਬ ਕੀ ਹੈਗਾ ਸਿੱਖਿਆ ਦਾ ਹੌਲੀ ਹੌਲੀ ਵਿਚਾਰ ਵਟਾਂਦਰਾ ਹੁੰਦੇ ਹੋਏ ਇੰਨਾ ਕੁ ਵਿਕਾਸ ਹੋ ਗਿਆ ਕਿ ਅੱਜ ਦੀ ਜਿਹੜੀ ਸਿੱਖਿਆ ਹੈਗੀ ਹੈ ਉਹ ਕੀ ਹੈਗੀ ਹੈ ਬਾਲ ਨੂੰ ਕੇਂਦਰਿਤ ਕਰਕੇ, ਜੀਵਨ ਨੂੰ ਕੇਂਦਰਿਤ ਕਰਕੇ, ਸਮੁਦਾਇ ਨੂੰ ਕੇਂਦਰਿਤ ਕਰਕੇ ਹੀ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਇਹ ਆਪਾਂ ਇੰਟਰੋਡਕਸ਼ਨ ਦੇ ਵਿੱਚ ਆਪਾਂ ਡਿਸਕਸ ਕੀਤਾ ਸੀਗਾ। ਹੁਣ ਉਸ ਤੋਂ ਬਾਅਦ ਆਪਾਂ ਕੁਝ ਸਬ ਪੁਆਇੰਟ ਡਿਸਕਸ ਕੀਤੇ ਸੀਗੇ ਕਿ ਜਿਹੜਾ ਇੱਕ ਟੀਚਰ ਹੈਗਾਗਾ ਉਹਦੇ ਰੋਲ ਐਂਡ ਰਿਸਪੌਂਸਿਬਿਲਟੀਆਂ ਇੱਕ ਐਜ਼ ਅ ਆਪਾਂ ਕਿਹਾ ਸੀਗਾ ਡਿਸਕਸ ਕੀਤਾ ਸੀਗਾ ਐਜ਼ ਅ ਪ੍ਰੋਫੈਸ਼ਨਲ। ਥੋੜਾ ਜਿਹਾ ਰਿਮਾਈਂਡ ਕਰ ਲੈਂਦੇ ਵੀ ਆਪਣੇ ਕੋਲੇ ਐਜ਼ ਅ ਪ੍ਰੋਫੈਸ਼ਨਲ ਕਹਿਣ ਦਾ ਭਾਵ ਕੀ ਹੋ ਗਿਆ ਵੀ ਜਦੋਂ ਅਸੀਂ ਇੱਕ ਪੇਸ਼ੇਵਰ ਹੁੰਦੇ ਹੈਗੇ ਆ ਐਜ਼ ਅ ਪ੍ਰੋਫੈਸ਼ਨਲ, ਜਦੋਂ ਅਸੀਂ ਜ਼ਿੰਮੇਵਾਰ ਹੁੰਦੇ ਹੈਗੇ ਆ ਤਾਂ ਉੱਥੇ ਅਸੀਂ ਲਿਖ ਸਕਦੇ ਹੈਗੇ ਆ ਪੇਸ਼ੇਵਰ ਨਾਗਰਿਕ ਜਿਹੜਾ ਹੈਗਾ ਸਾਡੇ ਕੋਲੇ ਐਜ਼ ਅ ਪ੍ਰੋਫੈਸ਼ਨਲ ਤੌਰ ਤੇ ਜਦੋਂ ਅਸੀਂ ਇਸ ਨੂੰ ਲਿਖਾਂਗੇ ਜੀ ਐਜ਼ ਅ ਪ੍ਰੋਫੈਸ਼ਨਲ ਇੱਕ ਪੇਸ਼ੇਵਰ ਰੂਪ ਦੇ ਵਿੱਚ ਜਿਹੜਾ ਅਧਿਆਪਕ ਹੁੰਦਾ ਇੱਕ ਗੁਰੂ ਹੁੰਦਾ ਹੈ। ਪਰ ਆਪਾਂ ਉੱਥੇ ਡਿਸਕਸ ਕੀਤਾ ਸੀਗਾ ਵੀ ਕਿਤੇ ਨਾ ਕਿਤੇ ਜਿਹੜਾ ਇੱਕ ਅਧਿਆਪਕ ਜਿਹੜਾ ਹੈਗਾਗਾ ਜਦੋਂ ਇੱਕ ਸਕੂਲ ਦੇ ਸਮੇਂ ਦੇ ਵਿੱਚ ਇੱਕ ਗੁਰੂ ਹੈਗਾਗਾ ਤਾਂ ਉਹਦਾ ਇੱਕ ਸਿੱਖਿਆ ਦੇ ਵਿੱਚ ਕੀ ਹੈਗਾ ਕਿ ਕੋਈ ਮਾਰਗਦਰਸ਼ਨ ਦੇ ਵਿੱਚ ਸਹਾਇਤਾ ਦੇਣ ਦੇ ਲਈ ਕੀ ਕਰਦਾ ਹੈਗਾ ਕਿ ਬੱਚਿਆਂ ਦੀ ਇੱਕ ਸੋਚ ਬਣਾਉਂਦਾ ਹੈ, ਮਤਲਬ ਬੱਚਿਆਂ ਦੇ ਵਿੱਚ ਮਾਰਗਦਰਸ਼ਨ ਲੈ ਕੇ ਆਉਂਦਾ ਹੈ। ਤਾਂ ਇਸ ਤਰੀਕੇ ਦੀਆਂ ਉਹ ਇੱਕ ਸਹਿਕਾਰੀ ਹੋਣ ਦੇ ਨਾਤੇ ਮਤਲਬ ਐਜ਼ ਅ ਪ੍ਰੋਫੈਸ਼ਨਲ ਹੋਣ ਦੇ ਨਾਤੇ ਉਹ ਆਪਣਾ ਰੋਲ ਜਿਹੜਾ ਹੈਗਾ ਔਰ ਜ਼ਿੰਮੇਵਾਰੀ ਜਿਹੜੀ ਹੈਗਾ ਇੱਕ ਸਕੂਲ ਦੇ ਵਿੱਚ ਨਿਭਾਉਂਦਾ ਹੈਗਾ। ਫਿਰ ਆਪਾਂ ਗੱਲ ਕੀਤੀ ਸੀਗੀ ਐਜ਼ ਅ ਪੇਰੈਂਟ। ਐਜ਼ ਅ ਪੇਰੈਂਟ ਦੀ ਗੱਲ ਹੋ ਰਹੀ ਸੀਗੀ ਜੀ। ਇੱਕ ਟੀਚਰ ਦੀ ਇੱਕ ਜੇਕਰ ਅਧਿਆਪਕ ਹੈਗਾਗਾ ਉਹਦੀ ਸਮੁਦਾਇ ਦੇ ਪ੍ਰਤੀ ਕੀ ਹੈਗਾਗਾ ਉਹਦੀ ਜ਼ਿੰਮੇਵਾਰੀ ਕੀ ਹੈਗੀ, ਉਹਦਾ ਰੋਲ ਕੀ ਹੈਗਾਗਾ ਐਜ਼ ਅ ਪੇਰੈਂਟ। ਐਜ਼ ਅ ਪੇਰੈਂਟ ਵੀ ਰੋਲ ਅਦਾ ਕਰਦਾ ਹੈਗਾ ਇੱਕ ਅਧਿਆਪਕ। ਫਿਰ ਆਪਾਂ ਡਿਸਕਸ ਕੀਤਾ ਸੀਗਾ ਜੀ ਇਸ ਤੋਂ ਬਾਅਦ ਸਬ ਪੁਆਇੰਟ ਸੀਗਾ ਜੀ ਸਾਡੇ ਕੋਲੇ ਅਸੀਂ ਕਿਹਾ ਸੀਗਾ ਵੀ ਇੱਕ ਨਾਗਰਿਕ ਦੀ ਭੂਮਿਕਾ ਐਜ਼ ਅ ਸਿਟੀਜ਼ਨ। ਐਜ਼ ਅ ਸਿਟੀਜ਼ਨ
ਸਾਡੇ ਕੋਲ ਇਹਦੇ ਵਿੱਚ ਕੁਝ ਸਬ ਪੁਆਇੰਟ ਸੀਗੇ, ਅਸੀਂ ਉਹਨਾਂ ਨੂੰ ਅੱਗੇ ਡਿਸਕਸ ਕੀਤਾ ਸੀਗਾ ਵੀ ਇੱਕ ਨਾਗਰਿਕ ਹੋਣ ਦੇ ਨਾਤੇ ਅਧਿਆਪਕ ਦੀ ਇੱਕ ਜ਼ਿੰਮੇਵਾਰੀ ਤੇ ਉਸ ਦਾ ਕੀ ਰੋਲ ਹੋਊਗਾ। ਅੱਜ ਜਿਹੜਾ ਆਪਾਂ ਪੁਆਇੰਟ ਸ਼ੁਰੂ ਕਰਨਾ ਹੈਗਾ ਸਬ ਪੁਆਇੰਟ, ਇਸ ਟੌਪਿਕ ਨੂੰ ਅੱਗੇ ਡਿਸਕਸ ਕਰਦੇ ਹੈਗੇ ਆ। ਇਹਦੇ ਵਿੱਚ ਹੋਰ ਅੱਗੇ ਸਬ ਪੁਆਇੰਟ ਹੈਗੇ ਨੇ ਆਪਣੇ ਕੋਲੇ, ਕਹਿੰਦੇ ਜੀ ਸਮਾਜਿਕ ਸ਼ਕਤੀਆਂ ਨੇ, ਸਮਾਜਿਕ ਸ਼ਕਤੀ ਦਾ ਇੱਕ ਜਿਹੜਾ ਏਕੀਕਰਨ ਦਾ ਜਿਹੜਾ ਰੂਪ ਹੈਗਾ ਕਹਿੰਦੇ ਉਸ ਦੇ ਸੰਬੰਧ ਦੀ, ਉਸ ਦੇ ਸੰਯੋਜਨ ਦੀ ਭੂਮਿਕਾ ਕੀ ਹੈਗੀ ਹੈ। ਕਹਿਣ ਤੋਂ ਭਾਵ ਕੀ ਹੈਗਾ ਜੀ, ਸਮਾਜਿਕ ਸ਼ਕਤੀਆਂ ਦੇ ਨੈਕਸਟ ਪੁਆਇੰਟ ਹੈਗਾ ਜੀ ਇੱਥੇ ਆਪਣੇ ਕੋਲੇ ਸਮਾਜਿਕ ਸ਼ਕਤੀਆਂ ਦੇ ਸਮਾਜਿਕ ਸ਼ਕਤੀਆਂ ਦੇ ਏਕੀਕਰਨ ਸਮਾਜਿਕ ਸ਼ਕਤੀਆਂ ਦਾ ਕੀ ਹੋ ਗਿਆ ਜੀ, ਇੱਕ ਤਾਂ ਉਹਨਾਂ ਦਾ ਕਹਿੰਦੇ ਏਕੀਕਰਨ ਹੋ ਗਿਆ, ਏਕੀਕਰਨ ਦੇ ਨਾਲ ਕੀ ਹੋ ਗਿਆ, ਉਹਨਾਂ ਦਾ ਸੰਯੋਜਨ ਦੀ ਭੂਮਿਕਾ, ਏਕੀਕਰਨ ਤੇ ਉਹਨਾਂ ਨੂੰ ਇਕੱਠਾ ਕਰਨ ਦੇ ਕਹਿਣ ਤੋਂ ਭਾਵ ਏਕੀਕਰਨ ਤੇ ਸੰਯੋਜਨ ਦੀ ਭੂਮਿਕਾ। ਜਿਹੜਾ ਇੱਕ ਅਧਿਆਪਕ ਹੈਗਾ ਉਹ ਇੱਕ ਸਮੁਦਾਇ ਦੇ ਰੂਪ ਦੇ ਵਿੱਚ ਕਹਿੰਦੇ ਇੱਕ ਸਮਾਜਿਕ ਤੌਰ ਤੇ ਵੀ ਆਪਣਾ ਇੱਕ ਰੋਲ ਐਂਡ ਰਿਸਪੌਂਸਿਬਿਲਟੀ ਜਿਹੜੀ ਹੈਗੀ ਹੈ ਉਹ ਉਸ ਨੂੰ ਪੂਰਾ ਕਰਦਾ ਹੈ। ਮਤਲਬ ਕੀ ਹੈਗਾ ਜੀ, ਹੁਣ ਦੇਖੋ ਇੱਕ ਸਮਾਜ ਦੇ ਵਿੱਚ ਏਕੀਕਰਨ ਦੀ ਗੱਲ ਹੋ ਰਹੀ ਹੈ ਤੇ ਉਹਨਾਂ ਨੂੰ ਸੰਯੋਜਨ ਕਰਨ ਦੀ ਭੂਮਿਕਾ ਨਿਭਾਉਂਦਾ ਹੈ ਇੱਕ ਅਧਿਆਪਕ। ਤਾਂ ਅਧਿਆਪਕ ਦੀ ਇੱਕ ਰੋਲ ਐਂਡ ਰਿਸਪੌਂਸਿਬਿਲਟੀ ਕੀ ਹੋਗੀ ਕਿ ਸਮਾਜ ਦੇ ਵਿੱਚ ਜਿੰਨੀਆਂ ਵੀ ਸ਼ਕਤੀਆਂ ਹੈਗੀਆਂ ਨੇ ਉਹਨਾਂ ਦਾ ਇੱਕ ਏਕੀਕਰਨ, ਉਹਨਾਂ ਦਾ ਇਕੱਠਾ ਕਰਨਾ, ਫਿਰ ਉਹਨਾਂ ਨੂੰ ਵਰਤੋਂ ਦੇ ਵਿੱਚ ਕਿਵੇਂ ਲੈ ਕੇ ਆਉਣਾ ਹੈ। ਤਾਂ ਇਹ ਸਭ ਤੋਂ ਵੱਡਾ ਜਿਹੜਾ ਹੈਗਾ ਇੱਕ ਟੀਚਰ ਦਾ ਬਹੁਤ ਵੱਡੀ ਰੋਲ ਐਂਡ ਰਿਸਪੌਂਸਿਬਿਲਟੀ ਬਣ ਜਾਂਦੀ ਹੈ। ਸਭ ਤੋਂ ਪਹਿਲਾਂ ਇਹਦੇ ਵਿੱਚ ਕੀ ਆ ਜਾਂਦਾ ਹੈਗਾ ਜੀ, ਪੱਖਪਾਤ ਤੋਂ ਖੜਾ ਛੁਡਾਉਣਾ, ਪੱਖਪਾਤ ਤੋਂ ਖੜਾ ਛੁਡਾਉਣਾ। ਇਸ ਦੇ ਵਿੱਚ ਸਬ ਪੁਆਇੰਟ ਹੈ ਸਾਡੇ ਕੋਲ ਇਹ ਪੱਖਪਾਤ ਤੋਂ ਖੜਾ ਛੁਡਾਉਣਾ। ਲਓ ਜੀ, ਇਹ ਸਾਡੇ ਕੋਲੇ ਇੱਕ ਇਹਦੇ ਵਿੱਚ ਪੱਖਪਾਤ ਦੀ ਗੱਲ ਹੋ ਰਹੀ ਹੈ। ਕਹਿਣ ਤੋਂ ਭਾਵ ਕੀ ਹੈਗਾ, ਕਹਿੰਦੇ ਕਿ ਜਦੋਂ ਟੀਚਰ ਇੱਕ ਸਕੂਲ ਦੇ ਵਿੱਚ ਇੱਕ ਆਪਣੀ ਰਿਸਪੌਂਸਿਬਿਲਟੀ ਔਰ ਇੱਕ ਆਪਣੀ ਜਿਹੜੀ ਭੂਮਿਕਾ ਹੈਗੀ ਹੈ, ਰੋਲ ਇਸ ਤਰੀਕੇ ਨਾਲ ਨਿਭਾਉਂਦਾ ਕਿ ਸਾਰੇ ਵਿਦਿਆਰਥੀਆਂ ਨੂੰ ਕੀ ਕਰਕੇ ਲੈ ਕੇ ਆਉਂਦਾ ਹੈਗਾ, ਪੱਖਪਾਤ ਨਜ਼ਰੀਆ ਨਹੀਂ ਬਣਾਉਂਦਾ। ਉਹ ਕੀ ਕਹਿੰਦਾ ਹੈਗਾ, ਕਹਿੰਦਾ ਵੀ ਜਿਹੜਾ ਏਕੀਕਰਨ ਹੈਗਾ ਉਹ ਸੰਯੋਜਨ ਜਿਹੜਾ ਹੈਗਾ ਅਧਿਆਪਕ ਹੋਣ ਦੇ ਨਾਤੇ ਉਹ ਜਿਹੜੀ ਇੱਕ ਸਿੱਖਿਆ ਦਾ ਆਦਾਨ ਪ੍ਰਦਾਨ ਕਰਦਾ, ਚਾਹੇ ਉਹ ਇੱਕ ਕਲਾਸਰੂਮ ਹੋਵੇ, ਚਾਹੇ ਉਹ ਗੇਮਸ ਹੋਣ ਜਾਂ ਇੱਕ ਅਜਿਹੇ ਕੰਪੀਟੀਸ਼ਨ ਕਰਵਾਏ ਜਾਣ ਜਿੱਥੇ ਇੱਕ ਬਹੁਤ ਤਰੀਕੇ ਨਾਲ ਬੱਚਿਆਂ ਨੂੰ ਗਿਆਨ ਦਾ ਆਦਾਨ ਪ੍ਰਦਾਨ ਕੀਤਾ ਜਾਂਦਾ ਹੈ। ਤਾਂ ਸਿੱਖਿਆ ਦੇ ਖੇਤਰ ਦੇ ਵਿੱਚ ਜਿਹੜਾ ਇੱਕ ਅਧਿਆਪਕ ਦਾ ਰੋਲ ਹੈਗਾ ਇੱਕ ਸਮੁਦਾਇ ਦੇ ਪ੍ਰਤੀ ਕੀ ਰੋਲ ਬਣ ਗਿਆ ਜੀ, ਕਹਿੰਦੇ ਸਮਾਜ ਦੇ ਵਿੱਚ ਅਨੇਕਾਂ ਸ਼ਕਤੀਆਂ ਨੇ ਜਿਨ੍ਹਾਂ ਦਾ ਇੱਕ ਏਕੀਕਰਨ ਕੀਤਾ ਜਾ ਸਕਦਾ, ਉਹਨਾਂ ਨੂੰ ਸੰਯੋਜਨ ਕੀਤਾ ਜਾ ਸਕਦਾ ਹੈ। ਤਾਂ ਉੱਥੇ ਕੀ ਕਹਿੰਦਾ ਉਹਨਾਂ ਨੇ ਗੱਲ, ਕਹਿੰਦੇ ਵੀ ਜਿਹੜਾ ਪੱਖਪਾਤ ਦਾ ਨਜ਼ਰੀਆ ਹੈਗਾ ਸਭ ਤੋਂ ਪਹਿਲਾਂ ਕੀ ਹੈਗਾ, ਕਹਿੰਦੇ ਉਸ ਨੂੰ ਖਤਮ ਕੀਤਾ ਜਾਂਦਾ। ਕਿਉਂਕਿ ਜੇ ਪੱਖਪਾਤ ਨਹੀਂ ਹੋਊਗਾ ਤਾਂ ਉੱਥੇ ਆਪਾਂ ਕਹਿ ਸਕਦੇ ਜਿਵੇਂ ਆਪਾਂ ਕਹਿੰਦੇ ਇੱਕ ਹਿੰਸਾ ਤੇ ਅਹਿੰਸਾਵਾਦੀ ਹਨਾ, ਉਹ ਰੋਲ ਜਿਹੜੇ ਹੈਗੇ ਨੇ ਵੇਖਣ ਨੂੰ ਸਾਨੂੰ ਨਹੀਂ ਮਿਲ ਸਕਦੇ। ਸੈਕਿੰਡ ਗੱਲ ਕੀ ਹੋਈ ਹੈ ਇਸ ਦੇ ਵਿੱਚ, ਕਹਿੰਦੇ ਜਿਹੜੀ ਸਮਾਜ ਦੀ ਜਿਹੜੀ ਏਕਤਾ ਹੈਗੀ ਆ ਤੇ ਰਾਸ਼ਟਰੀ ਸਾਡਾ ਜਿਹੜਾ ਏਕੀਕਰਨ ਹੈਗਾ ਉਹਦੀ ਭਾਵਨਾ ਪੈਦਾ ਕਰਨੀ। ਕਿਹਦੀ ਭਾਵਨਾ ਪੈਦਾ ਕਰਨੀ ਹੈਗੀ ਹੈ ਜੀ, ਸਮਾਜਿਕ ਏਕਤਾ ਤੇ ਰਾਸ਼ਟਰੀ ਇਕਜੁੱਟਤਾ। ਸਮਾਜਿਕ ਏਕਤਾ, ਸਮਾਜਿਕ ਏਕਤਾ ਰਾਸ਼ਟਰੀ ਇਕਜੁੱਟਤਾ। ਇੱਕ ਅਧਿਆਪਕ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਕਿ ਸਮਾਜ ਦੇ ਵਿੱਚ ਅਸੀਂ ਜਦੋਂ ਬੱਚਿਆਂ ਨੂੰ ਇੱਕ ਸਮੁਦਾਇ ਦੇ ਪ੍ਰਤੀ ਕੀ ਜ਼ਿੰਮੇਵਾਰੀ ਬਣਦੀ ਹੈ ਕਿ ਜੋ ਬੱਚਿਆਂ ਨੂੰ ਅਸੀਂ ਸਿੱਖਿਆ ਦੇ ਰਾਹੀਂ ਗਿਆਨ ਦਾ ਆਦਾਨ ਪ੍ਰਦਾਨ ਕਰ ਰਹੇ ਹਾਂ ਉਹ ਕਿਹੜੇ ਢੰਗ ਦਾ ਹੋਣਾ ਚਾਹੀਦਾ, ਇੱਕ ਏਕਤਾ ਦੇ ਰੂਪ ਦੇ ਵਿੱਚ ਹੋਣਾ ਚਾਹੀਦਾ। ਜੇ ਸਮਾਜ ਦੇ ਵਿੱਚ ਅਸੀਂ ਸਮਾਜਿਕ ਏਕਤਾ ਪਾਵਾਂਗੇ ਤਾਂ ਨੋ ਡਾਊਟ ਸਾਡੇ ਰਾਸ਼ਟਰ ਦੀ ਕੀ ਹੋਊਗੀ, ਇਕਜੁੱਟਤਾ ਪਾਈ ਜਾਊਗੀ ਹਰ ਇੱਕ ਵਿਅਕਤੀ ਦੇ ਵਿੱਚ। ਤਾਂ ਇਹੋ ਜਿਹੀਆਂ ਭਾਵਨਾਵਾਂ ਜਿਹੜੀਆਂ ਹੈਗੀਆਂ ਨੇ ਉਹਦੇ ਪ੍ਰਤੀ
एक टीचर की ਇਹ ਰੋਲ ਬਣਦਾ ਹੈ, ਇਹ ਰਿਸਪੌਂਸਿਬਿਲਟੀ ਬਣਦੀ ਹੈ ਕਿ ਦੇਖੋ ਸਮਾਜ ਦੇ ਵਿੱਚ ਵਿਚਰਨ ਦੇ ਵਿੱਚ ਆਪਾਂ ਕਹਿੰਦੇ ਹਾਂ ਵੀ ਅਨੇਕਾਂ ਤਰ੍ਹਾਂ ਦੀਆਂ ਪਾਵਰਸ ਹਨ ਜਿਹੜੀਆਂ ਕਿ ਇੱਕ ਮਨੁੱਖ ਜਿਹੜਾ ਹੈਗਾਗਾ ਜਿਸ ਦੀ ਉਹਦੀ ਇੱਕ ਗਿਆਨ ਹੈਗਾ ਮਿਲਿਆ ਹੋਇਆ ਉਸ ਨੂੰ ਯੂਜ਼ ਟੂ ਕਰਦਾ ਹੈ, ਵਰਤੋਂ ਦੇ ਵਿੱਚ ਲੈ ਕੇ ਆਉਂਦਾ ਉਹਨਾਂ ਸ਼ਕਤੀਆਂ ਨੂੰ। ਪਰ ਜੇਕਰ ਉਹਨਾਂ ਸ਼ਕਤੀਆਂ ਨੂੰ ਇਕੱਲਾ ਇਸਤੇਮਾਲ ਕਰੂਗਾ ਤਾਂ ਬਹੁਤੀ ਦੇਰ ਤੱਕ ਉਸ ਨੂੰ ਉਹ ਸਕਸੈਸਫੁਲ ਨਹੀਂ ਹੋ ਪਾਊਗਾ। ਤਾਂ ਕਹਿਣ ਤੋਂ ਭਾਵ ਕੀ ਹੈ, ਇੱਕ ਚੰਗੇ ਰਾਸ਼ਟਰ ਦੇ ਲਈ, ਇੱਕ ਚੰਗੀ ਇਕਜੁੱਟਤਾ ਪੈਦਾ ਕਰਨ ਦੇ ਲਈ, ਉਹਨਾਂ ਸ਼ਕਤੀਆਂ ਦੀ ਵਰਤੋਂ ਕਰਨ ਦੇ ਲਈ ਇੱਕ ਅਧਿਆਪਕ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਤੇ ਉਸ ਨੂੰ ਇਹ ਵੀ ਰੋਲ ਨਿਭਾਉਣਾ ਚਾਹੀਦਾ ਹੈ ਇੱਕ ਸਮੁਦਾਇ ਦੇ ਪ੍ਰਤੀ ਕਿ ਇਹਨਾਂ ਵਿਦਿਆਰਥੀਆਂ ਨੇ ਅੱਗੇ ਜਾ ਕੇ ਸਮਾਜ ਦੇ ਵਿੱਚ ਆਪਣੇ ਜੀਵਨ ਨੂੰ ਬਤੀਤ ਕਰਨਾ ਹੈ ਤਾਂ ਉੱਥੇ ਉਹਦੇ ਵਿੱਚ ਕੀ ਹੈਗੀ ਇੱਕ ਸਮਾਜਿਕ ਏਕਤਾ ਪਾਈ ਜਾ ਸਕੇ ਔਰ ਰਾਸ਼ਟਰੀ ਇਕਜੁੱਟਤਾ ਉਹਨਾਂ ਦੇ ਵਿੱਚ ਵੇਖਣ ਨੂੰ ਮਿਲੇਗੀ। ਉਸ ਦੇ ਨਾਲ ਹੀ ਆਪਣੇ ਕੋਲ ਅੱਗੇ ਇਹਦੇ ਵਿੱਚ ਨਾਲ ਇੱਕ ਕੈਲਕੂਲੇਸ਼ਨ ਹੁੰਦੀ ਹੈ ਕਿ ਕਹਿੰਦੇ ਜਿਹੜੀ ਸਕੂਲ ਦੀਆਂ ਪ੍ਰਸਥਿਤੀਆਂ ਹੁੰਦੀਆਂ ਹਨ, ਮਤਲਬ ਸਕੂਲ ਦੇ ਵਿੱਚ ਵੱਖ-ਵੱਖ ਢੰਗ ਦੀਆਂ ਸਿਚੁਏਸ਼ਨਸ ਬਣਦੀਆਂ ਹਨ। ਫਿਰ ਆਪਾਂ ਉੱਥੇ ਦੇਖਦੇ ਹਾਂ ਵੀ ਕਈ ਲੋਕ ਬੱਚੇ ਹੁੰਦੇ ਹਨ ਜਿੱਥੇ ਕਿ ਗਿਆਨ ਲੈਂਦੇ ਸਿੱਖਿਆ ਦੇ ਰਾਹੀਂ ਇੱਕ ਸਮਾਜਿਕ ਜਾਂ ਆਪਾਂ ਕਹਿ ਦਿੰਦੇ ਹਾਂ ਪੱਖਪਾਤ, ਮਤਲਬ ਸਮਾਜਿਕ ਤੌਰ ਤੇ ਆਪਾਂ ਕਹਿੰਦੇ ਪੱਖਪਾਤ ਹੋਣਾ ਤਾਂ ਜਾਂ ਕਹਿੰਦੇ ਉਸ ਨੂੰ ਰੋਕਣ ਦਾ ਯਤਨ ਕਰਨਾ। ਮਤਲਬ ਕੀ ਹੋ ਗਿਆ ਵੀ ਵਿਦਿਆਰਥੀਆਂ ਨੂੰ ਇਸ ਦੇ ਵਿੱਚ ਆਪਾਂ ਸ਼ਾਮਲ ਕਰ ਸਕਦੇ ਹਾਂ ਕਿ ਸਕੂਲ ਦੀਆਂ ਪ੍ਰਸਥਿਤੀਆਂ ਸਕੂਲ ਦੀਆਂ ਪ੍ਰਸਥਿਤੀਆਂ ਸਕੂਲ ਦੀਆਂ ਜੋ ਅਲੱਗ-ਅਲੱਗ ਤਰੀਕੇ ਨਾਲ ਜੋ ਆਪਾਂ ਕਹਿ ਦਿੰਦੇ ਸਥਿਤੀਆਂ ਬਣਦੀਆਂ ਹੈਗੀਆਂ ਨੇ ਸਮਾਜਿਕ ਜਾਂ ਪੱਖਪਾਤ ਦੇਖੋ ਇਹਦੇ ਵਿੱਚ ਇੱਕ ਸਮਾਜ ਦੇ ਤੌਰ ਤੇ ਸਮਾਜਿਕ ਦੀ ਗੱਲ ਹੋ ਰਹੀ ਹੈ ਕਿ ਸਮਾਜਿਕ ਜਾਂ ਪੱਖਪਾਤ ਹੋਣ ਤਾਂ ਕਹਿੰਦੇ ਰੋਕਣ ਦੇ ਯਤਨ ਕਰਨੇ, ਪੱਖਪਾਤ ਹੋਣ ਤਾਂ ਰੋਕਣ ਦੇ ਯਤਨ ਕਰਨੇ, ਲੋ ਜੀ ਇਹ ਸਾਡੇ ਕੋਲੇ 100 ਪੁਆਇੰਟ ਸੀਗੇ ਜੀ। ਸਮਾਜਿਕ ਸ਼ਕਤੀਆਂ ਦੇ ਏਕੀਕਰਨ ਤੇ ਸੰਯੋਜਨ ਦੀ ਭੂਮਿਕਾ, ਇਹ ਸਾਡੇ ਕੋਲੇ ਫਸਟ 100 ਪੁਆਇੰਟ ਸੀਗਾ ਜਿਸ ਦੇ ਵਿੱਚ ਆ ਸੈਕਿੰਡ 100 ਪੁਆਇੰਟ ਹੈਗਾ ਤੇ ਸਾਡੇ ਕੋਲੇ ਥਰਡ ਜਿਹੜਾ ਹੈਗਾ 100 ਪੁਆਇੰਟ ਹੈਗਾ। ਤਾਂ ਸਮਾਜ ਦੀਆਂ ਪ੍ਰਸਥਿਤੀਆਂ ਨੇ ਕਹਿੰਦੇ ਸਮਾਜਿਕ ਜਾਂ ਪੱਖਪਾਤ ਜਦੋਂ ਹੋਣ ਲੱਗਦੀਆਂ ਹਨ ਤਾਂ ਕਹਿੰਦੇ ਉਹਨਾਂ ਨੂੰ ਰੋਕਣ ਦੇ ਯਤਨ ਕਰਨੇ ਚਾਹੀਦੇ ਹਨ। ਇਹ ਇੱਕ ਟੀਚਰ ਦੀ ਰੋਲ ਐਂਡ ਰਿਸਪੌਂਸਿਬਿਲਟੀ ਬਣਦੀ ਹੈ। ਹੁਣ ਜਦੋਂ ਇੱਕ ਅਧਿਆਪਕ ਜਾਂ ਇੱਕ ਟੀਚਰ ਜਿਹੜੀ ਆਪਾਂ ਗੱਲ ਕਰ ਰਹੇ ਹੈਗੇ ਆ, ਜਦੋਂ ਬੱਚਿਆਂ ਨੂੰ ਗਿਆਨ ਦਿੰਦਾ ਹੈ ਤਾਂ ਉੱਥੇ ਉਹ ਇਹ ਜ਼ਰੂਰ ਭੂਮਿਕਾ ਨਿਭਾਉਣੀ ਚਾਹੀਦੀ ਹੈ ਕਿ ਇਹ ਸਾਡਾ ਇੱਕ ਸਮਾਜ ਦਾ ਅੰਸ਼ ਹਨ। ਜਿਨ੍ਹਾਂ ਵਿਦਿਆਰਥੀਆਂ ਨੂੰ ਅਸੀਂ ਗਿਆਨ ਦੇ ਰਹੇ ਹਾਂ ਵਿਸ਼ੇ ਦੇ ਤਹਿਤ ਇੱਕ ਮਾਤ ਭਾਸ਼ਾ ਦੇ ਰਾਹੀਂ, ਤਾਂ ਇਹਨਾਂ ਨੇ ਸਮਾਜ ਦੇ ਵਿੱਚ ਜਾ ਕੇ ਅੱਗੇ ਆਪਣੇ ਜੀਵਨ ਨੂੰ ਬਤੀਤ ਕਰਨਾ ਹੈ। ਤਾਂ ਉਸ ਤਰੀਕੇ ਦੇ ਨਾਲ ਆਪਣੇ ਤਜਰਬੇ ਨੂੰ, ਆਪਣੇ ਗਿਆਨ ਨੂੰ ਲਾਗੂ ਕਰਨਾ ਚਾਹੀਦਾ ਹੈ ਵੀ ਪ੍ਰੈਕਟੀਕਲੀ। ਤਾਂ ਇੱਕ ਸਮਾਜ ਦਾ ਅੰਸ਼ ਮੰਨਦੇ ਹੋਏ ਕਹਿੰਦੇ ਸਮਾਜ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਸ਼ਕਤੀਆਂ ਹੁੰਦੀਆਂ ਹਨ। ਉਹਨਾਂ ਸ਼ਕਤੀਆਂ ਨੂੰ ਜੇਕਰ ਏਕੀਕਰਨ ਕੀਤਾ ਜਾਊਗਾ, ਉਹਨਾਂ ਨੂੰ ਸੰਯੋਜਨ ਕੀਤਾ ਜਾਊਗਾ ਤਾਂ ਇਸ ਤਰ੍ਹਾਂ ਦੀ ਭੂਮਿਕਾ ਜਿਹੜੀ ਹੈਗੀ ਆ ਇੱਕ ਅਧਿਆਪਕ ਦੀ ਉਹ ਜ਼ਿੰਮੇਵਾਰੀ ਬਣਦੀ ਹੈ। ਫਿਰ ਕਹਿੰਦੇ ਸਕੂਲ ਦੇ ਵਿੱਚ ਵੱਖ-ਵੱਖ ਤਰੀਕੇ ਦੀਆਂ ਪ੍ਰਸਥਿਤੀਆਂ ਸਾਨੂੰ ਵੇਖਣ ਨੂੰ ਮਿਲਦੀਆਂ ਹਨ ਜਿੱਥੇ ਅਸੀਂ ਵੇਖ ਸਕਦੇ ਹਾਂ ਕਿ ਕਿਤੇ ਨਾ ਕਿਤੇ ਸਮਾਜਿਕ ਪੱਖ ਵੀ ਹੁੰਦੇ ਹਨ ਜਾਂ ਅਸੀਂ ਕੁਝ ਵਿਦਿਆਰਥੀ ਮਿਲ ਕੇ ਆਪਾਂ ਕਹਿ ਦਿੰਦੇ ਹਾਂ ਇੱਕ ਹਿੰਸਾ ਦਾ ਰੋਲ ਅਪਣਾ ਲੈਂਦੇ ਆ। ਤਾਂ ਉੱਥੇ ਕਿਤੇ ਨਾ ਕਿਤੇ ਉੱਥੇ ਇੱਕ ਟੀਚਰ ਦੀ ਫਿਰ ਭੂਮਿਕਾ ਇਹ ਬਣਦੀ ਹੈ, ਜ਼ਿੰਮੇਵਾਰੀ ਇਹ ਬਣਦੀ ਹੈ ਕਿ ਇਹਨਾਂ ਚੀਜ਼ਾਂ ਦੀਆਂ ਭਾਵਨਾਵਾਂ ਨੂੰ ਕੀ ਹੈਗਾ ਕਿ ਬੱਚਿਆਂ ਦੇ ਵਿੱਚ ਜਾਗਰੂਕ ਕਰਨਾ ਚਾਹੀਦਾ ਹੈ ਔਰ ਇਹਨਾਂ ਤੋਂ ਇਗਨੋਰ ਕਰਨਾ ਚਾਹੀਦਾ ਹੈ। ਸਿਖਾਉਣਾ ਚਾਹੀਦਾ ਹੈ ਕਿ ਇਹਨਾਂ ਚੀਜ਼ਾਂ ਦੀ ਜਿਹੜੀ ਵਰਤੋਂ ਹੈਗੀ ਹੈ ਦੁਰਵਰਤੋਂ ਨਹੀਂ ਕਰਨੀ ਚਾਹੀਦੀ, ਤਾਂ ਉਹਨਾਂ ਨੂੰ ਰੋਕਣ ਦੇ ਯਤਨ ਕਰਨੇ ਚਾਹੀਦੇ ਹਨ। ਇਹ ਇੱਕ ਟੀਚਰ ਦੀ ਰਿਸਪੌਂਸਿਬਿਲਟੀ ਬਣ ਜਾਂਦੀ ਹੈ ਜਦੋਂ ਇੱਕ ਸਮਾਜਿਕ ਸ਼ਕਤੀਕਰਨ ਦੀ ਔਰ ਏਕੀਕਰਨ ਦੀ ਗੱਲ ਆ ਜਾਂਦੀ ਹੈ। ਤਾਂ ਉੱਥੇ ਇਹ ਉਹਨਾਂ ਦਾ ਬਹੁਤ ਵੱਡਾ ਰੋਲ ਹੁੰਦਾ ਇੱਕ ਸਿੱਖਿਆ ਦਾ, ਜਦੋਂ ਅਸੀਂ ਗਿਆਨ ਦੇ ਰੂਪ ਦੇ ਵਿੱਚ ਅਸੀਂ ਆਦਾਨ ਪ੍ਰਦਾਨ ਕਰਦੇ ਹੈਗੇ ਆ। ਤਾਂ ਨੈਕਸਟ ਜਿਹੜਾ ਇਹਦੇ ਵਿੱਚ ਆਪਣੇ ਕੋਲੇ ਮੇਨ 100
ਸਬ ਪੁਆਇੰਟ ਕੀ ਹੈਗਾਗਾ, ਕਿਹੜੇ ਸਮਾਜ ਦੇ ਵਿੱਚ ਜਿਹੜੇ ਤਣਾਅ ਹੈਗੇ ਨੇ, ਸਮਾਜਿਕ ਤਣਾਅ ਅਤੇ ਟਕਰਾਅ ਦਾ ਖਾਤਮਾ, ਸਮਾਜਿਕ ਤਣਾਅ ਅਤੇ ਟਕਰਾਅ ਦਾ ਖਾਤਮਾ, ਸਮਾਜਿਕ ਤਣਾਅ ਅਤੇ ਟਕਰਾਅ ਦਾ ਖਾਤਮਾ। ਅਤੇ ਟਕਰਾਅ ਦਾ ਖਾਤਮਾ। ਹੁਣ ਇਹ ਸਾਡੇ ਕੋਲੇ ਅੱਗੇ ਨੈਕਸਟ ਮੇਨ ਸਬ ਪੁਆਇੰਟ ਆ ਜਾਂਦਾ ਜੀ ਕਿ ਸਮਾਜ ਦੇ ਵਿੱਚ ਕਿਹੜੀਆਂ ਸਥਿਤੀਆਂ ਦੇ ਨਾਲ ਤਣਾਅ ਪੈਦਾ ਹੁੰਦਾ ਹੈ, ਫਿਰ ਉਹਨਾਂ ਦਾ ਟਕਰਾਅ ਹੁੰਦਾ ਹੈ, ਮਤਲਬ ਲੜਾਈ ਝਗੜੇ ਹੁੰਦੇ ਹਨ। ਤਾਂ ਉੱਥੇ ਦੇਖੋ ਆਪਾਂ ਉੱਪਰ ਪੁਆਇੰਟ ਦੀ ਗੱਲ ਕੀਤੀ ਵੀ ਜਿਹੜੀਆਂ ਸ਼ਕਤੀਆਂ ਹੈਗੀਆਂ ਨੇ, ਜੇਕਰ ਉਹਨਾਂ ਨੂੰ ਏਕੀਕਰਨ ਰੂਪ ਦੇ ਵਿੱਚ ਇੱਕ ਟੀਚਰ ਦਾ ਰੋਲ ਹੋਊਗਾ, ਰਿਸਪੌਂਸਿਬਿਲਟੀ ਨਿਭਾਊਗਾ, ਤਾਂ ਨੋ ਡਾਊਟ ਇਹਨਾਂ ਦਾ ਇੱਕ ਜਿਹੜਾ ਵਰਤੋਂ ਜਿਹੜੀ ਹੈਗੀ ਆ ਇੱਕ ਸ਼ਕਤੀਆਂ ਦੀ ਏਕੀਕਰਨ ਰੂਪ ਦੇ ਵਿੱਚ, ਤਾਂ ਬਹੁਤ ਵਧੀਆ ਢੰਗ ਦੇ ਨਾਲ ਵਿਦਿਆਰਥੀ ਜਿਹੜੇ ਹੈਗੇ ਨੇ ਉਹਨਾਂ ਨੂੰ ਵਰਤੋਂ ਦੇ ਵਿੱਚ ਲਿਆ ਸਕਦੇ ਹਨ। ਫਿਰ ਜਦੋਂ ਅਸੀਂ ਨੈਕਸਟ ਪੁਆਇੰਟ ਦੇ ਵਿੱਚ ਆਉਂਦੇ ਆ ਕਿ ਜਿਹੜਾ ਸਾਡੇ ਸਮਾਜਿਕ ਸੋਸ਼ਲ ਸਾਡੇ ਜਿਹੜਾ ਸਟ੍ਰੈਸ ਹੈਗਾ, ਤਾਂ ਜਾਂ ਇੱਕ ਟਕਰਾਅ ਦੀ ਸਥਿਤੀ ਹੁੰਦੀ ਹੈ ਕਹਿੰਦੇ ਪੈਦਾ ਹੁੰਦੀ ਹੈ, ਤਾਂ ਉਸ ਨੂੰ ਖਤਮ ਕਰਨਾ ਇਹ ਕਿਹਦੀ ਜ਼ਿੰਮੇਵਾਰੀ ਹੈਗੀ ਹੈ, ਇੱਕ ਟੀਚਰ ਦੀ। ਆਪਾਂ ਪਹਿਲਾਂ ਹੀ ਗੱਲ ਕਰਕੇ ਹਟੇ ਆ ਕਿ ਸਕੂਲ ਕੀ ਹੈਗਾ, ਇੱਕ ਸੂਖਮ, ਇੱਕ ਸਮਾਜ ਦਾ ਇੱਕ ਸੂਖਮ ਰੂਪ ਹੈ। ਸਕੂਲ ਕੀ ਹੈਗਾ, ਇੱਕ ਸੂਖਮ ਸਮਾਜ ਹੈ, ਮਤਲਬ ਆਪਾਂ ਕਹਿ ਸਕਦੇ ਆ ਛੋਟਾ ਸਮਾਜ ਦਾ ਇੱਕ ਛੋਟਾ ਹਿੱਸਾ ਹੈ, ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਬੱਚੇ ਆਪਣੇ ਮਨ ਦੀਆਂ ਸਥਿਤੀਆਂ ਨੂੰ ਲੈ ਕੇ ਜਾਂਦੇ ਹਨ ਔਰ ਗਿਆਨ ਦਾ ਆਦਾਨ ਪ੍ਰਦਾਨ ਕਰਕੇ ਸਿੱਖਿਆ ਦੇ ਰਾਹੀਂ ਮਾਧਿਅਮ ਅਪਣਾ ਕੇ ਇੱਕ ਟੀਚਰ ਦੀ ਰੋਲ ਐਂਡ ਰਿਸਪੌਂਸਿਬਿਲਟੀ ਕੀ ਬਣ ਜਾਂਦੀ ਹੈਗੀ ਆ ਕਿ ਵਿਦਿਆਰਥੀ ਸਮਾਜ ਦੇ ਵਿੱਚ ਆਪਣਾ ਸਮਾਜਿਕ ਜੀਵਨ ਬਤੀਤ ਕਰਦੇ ਹਨ, ਤਾਂ ਉਹਨਾਂ ਦੇ ਵਿੱਚ ਤਣਾਅ ਅਤੇ ਟਕਰਾਅ ਨਾ ਪੈਦਾ ਹੋ ਸਕੇ, ਉਸ ਦੇ ਪ੍ਰਤੀ ਉਹਨਾਂ ਨੂੰ ਗਿਆਨ ਦਾ ਆਦਾਨ ਪ੍ਰਦਾਨ ਕੀਤਾ ਜਾ ਸਕੇ। ਇਹੋ ਜਿਹੀ ਟੀਚਰ ਦੀ ਇੱਕ ਰੋਲ ਐਂਡ ਰਿਸਪੌਂਸਿਬਿਲਟੀ ਬਣਦੀ ਹੈ। ਜੇਕਰ ਇਹ ਰੋਲ ਐਂਡ ਰਿਸਪੌਂਸਿਬਿਲਟੀ ਜਿਹੜੇ ਟੀਚਰ ਜਿਹੜਾ ਹੈਗਾ ਇੱਕ ਨਿਭਾਊਗਾ, ਤਾਂ ਨੋ ਡਾਊਟ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਇੱਕ ਅਧਿਆਪਕ ਦੀਆਂ ਜ਼ਿੰਮੇਵਾਰੀਆਂ ਇਹ ਬਣ ਜਾਂਦੀਆਂ ਹਨ ਕਿ ਅਸੀਂ ਬੱਚਿਆਂ ਨੂੰ ਜਿਹੜਾ ਗਿਆਨ ਹੈਗਾ ਉਹ ਵੱਧ ਤੋਂ ਵੱਧ ਅਸੀਂ ਇਸ ਤਰੀਕੇ ਦਾ ਦਈਏ ਕਿ ਬੱਚਿਆਂ ਦੇ ਵਿੱਚ ਇਹ ਨਾ ਲੱਗੇ ਕਿ ਅਸੀਂ ਸਾਡੇ ਵਿੱਚ ਤਣਾਅ ਮਹਿਸੂਸ ਹੋ ਰਿਹਾ। ਸਿੱਖਣ ਦੇ ਦੌਰਾਨ ਹੀ ਲਾ ਲਓ ਕਿ ਬੱਚਿਆਂ ਨੂੰ ਸਮਾਜਿਕ ਸਥਿਤੀਆਂ ਤੋਂ ਪਹਿਲਾਂ ਜਾਣੂ ਕਰਵਾਇਆ ਜਾਵੇ, ਇੱਕ ਗਿਆਨ ਦਾ ਸੰਚਾਰ ਮਾਧਿਅਮ ਅਪਣਾ ਕੇ। ਤਾਂ ਨੋ ਡਾਊਟ ਤਾਂ ਕਿਤੇ ਨਾ ਕਿਤੇ ਆਪਾਂ ਦੇਖਦੇ ਆ ਵੀ ਅਸੀਂ ਇੱਕ ਟੀਚਰ ਦਾ ਇਹ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਉਸ ਤੋਂ ਬਾਅਦ ਸਾਡੇ ਕੋਲ ਜਿਹੜਾ ਨੈਕਸਟ ਪੁਆਇੰਟ ਹੈਗਾ ਕਿ ਵਿਗਿਆਨਿਕ ਦ੍ਰਿਸ਼ਟੀਕੋਣ। ਨੈਕਸਟ ਜਿਹੜਾ ਸਬ ਪੁਆਇੰਟ ਹੈਗਾ ਸਾਡੇ ਕੋਲੇ ਇਹਨਾਂ ਪੁਆਇੰਟਸ ਨੂੰ ਤੁਸੀਂ ਰਾਜੇ ਲਿਖ ਲਿਆ ਕਰੋ ਤਾਂ ਕਿ ਤੁਹਾਡਾ ਜਦੋਂ ਐਗਜ਼ਾਮ ਹੋਣਗੇ ਤਾਂ ਨੋ ਡਾਊਟ ਤੁਹਾਨੂੰ ਇਸ ਨੂੰ ਸਿਰਫ ਗੋ ਥਰੂ ਹੀ ਕਰਨਾ ਪਊਗਾ, ਜਿਸ ਦੇ ਨਾਲ ਤੁਹਾਡਾ ਜਿਹੜਾ ਇੱਕ ਗਿਆਨ ਹੈਗਾ ਉਹ ਬਹੁਤ ਵਧੀਆ ਢੰਗ ਦੇ ਨਾਲ ਇੱਕ ਜਦੋਂ ਤੁਸੀਂ ਐਗਜ਼ਾਮ ਦਿਓਗੇ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਨੰਬਰ ਲੈ ਸਕਦੇ ਹੋ। ਇਸ ਦੇ ਵਿੱਚ ਜਿਹੜਾ ਨੈਕਸਟ ਪੁਆਇੰਟ ਹੈਗਾ ਜੀ ਵਿਗਿਆਨਿਕ ਦ੍ਰਿਸ਼ਟੀਕੋਣ ਅਤੇ ਸੁਭਾਅ ਦੀ ਉન્નਤੀ। ਵਿਗਿਆਨਿਕ ਦ੍ਰਿਸ਼ਟੀਕੋਣ ਅਤੇ ਸੁਭਾਅ ਦੀ ਉન્નਤੀ। वैज्ञानिक दृष्टिकोण ਅਤੇ ਸੁਭਾਅ ਦੀ ਉન્નਤੀ। ਉન્નਤੀ ਹੁੰਦਾ ਜੀ ਵਿਕਾਸ। ਤਾਂ ਇਹ ਸਾਡੇ ਕੋਲੇ ਨੈਕਸਟ ਸਬ ਪੁਆਇੰਟ ਬਣਦਾ ਸੀਗਾ ਵੀ ਇੱਕ ਇਹ ਟੀਚਰ ਹੈਗਾਗਾ ਉਹਦਾ ਇੱਕ ਰੋਲ ਜਾਂ ਆਪਾਂ ਕਹਿੰਦੇ ਨੇ ਭੂਮਿਕਾ, ਉਹਦੀ ਰਿਸਪੌਂਸਿਬਿਲਟੀ ਜਾਂ ਜ਼ਿੰਮੇਵਾਰੀ ਕੀ ਬਣਦੀ ਹੈਗੀ ਆ ਵਿਦਿਆਰਥੀਆਂ ਦੇ ਵਿੱਚ ਵਿਗਿਆਨਿਕ ਦ੍ਰਿਸ਼ਟੀਕੋਣ ਲੈ ਕੇ ਉਹਨਾਂ ਦੇ ਸੁਭਾਅ ਉਹਨਾਂ ਦਾ ਇੱਕ ਵਿਗਿਆਨਿਕ ਤੌਰ ਤੇ ਪੈਦਾ ਕਰਨਾ। ਜਿਵੇਂ ਹੁਣ ਆਪਾਂ ਕਹਿੰਦੇ ਸਿੱਖਿਆ ਹਾਸਲ ਕਰ ਰਹੇ ਹਾਂ ਤਾਂ ਸਾਡਾ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਕੀ ਭਾਵ ਹੋਇਆ, ਇੱਕ ਅਧਿਆਪਕ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਸਮਾਜ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਵੱਖ-ਵੱਖ ਤਰੀਕੇ ਦੀਆਂ ਸ਼ਕਤੀਆਂ ਵੇਖਣ ਨੂੰ ਮਿਲਦੀਆਂ ਹਨ, ਜਿਸ ਦੇ ਦੌਰਾਨ ਵਿਦਿਆਰਥੀਆਂ ਦਾ ਜਿਹੜਾ ਗਿਆਨ ਹਾਸਲ ਕੀਤਾ ਹੁੰਦਾ ਉਹ ਵਿਗਿਆਨਿਕ ਦ੍ਰਿਸ਼ਟੀਕੋਣ ਦਾ ਹੁੰਦਾ ਹੈ। ਤਾਂ ਇਸ ਵਿੱਚ ਜਿਹੜੇ ਵਹਿਮ ਭਰਮ ਹੁੰਦੇ ਹਨ ਆਪਾਂ ਕਹਿੰਦੇ ਨੇ ਨਾ
ਇੱਕ ਵਹਿਮ ਭਰਮ ਜਿਹੜਾ ਹੈਗਾ ਤਰਕ ਦੇ ਆਧਾਰ ਤੇ ਅਸੀਂ ਫੈਸਲੇ ਕਰਨੇ ਛੱਡ ਦਿੰਦੇ ਆ। ਅਸੀਂ ਵਹਿਮ ਭਰਮਾਂ ਦੇ ਵਿੱਚ ਫਸ ਕੇ ਆਪਣੀ ਜਿਹੜੀ ਉન્નਤੀ ਹੁੰਦੀ ਆ ਅਸੀਂ ਉਹ ਵਹਿਮ ਭਰਮ ਦੇ ਆਧਾਰ ਦੇ ਉੱਪਰ ਹੀ ਅਸੀਂ ਫੈਸਲੇ ਕਰਨੇ ਸ਼ੁਰੂ ਕਰ ਦਿੰਦੇ ਆ। ਤਾਂ ਕਹਿੰਦੇ ਵਹਿਮ ਭਰਮ ਦਾ ਜਿਹੜਾ ਸੁਭਾਅ ਹੈਗਾਗਾ ਇੱਕ ਇਹ ਦਲੀਲ ਜਿਹੜੀ ਹੈਗੀ ਆ ਵਿਦਿਆਰਥੀ ਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਆ ਕਿ ਇਹ ਜਿਹੜਾ ਅੰਧ ਵਿਸ਼ਵਾਸ ਹੈਗਾਗਾ ਔਰ ਜਿਹੜੀਆਂ ਝੂਠੀਆਂ ਮਾਨਤਾਵਾਂ ਹੈਗੀਆਂ ਨੇ ਅੰਧ ਵਿਸ਼ਵਾਸ ਅਤੇ ਥੋੜਾ ਜਿਹਾ ਲਿਖ ਦਿੰਦੇ ਇਹਦੇ ਵਿੱਚ ਅੰਧ ਵਿਸ਼ਵਾਸ ਅਤੇ ਝੂਠੀਆਂ ਜਿਹੜੀਆਂ ਸਾਡੀਆਂ ਮਾਨਤਾਵਾਂ ਹੁੰਦੀਆਂ ਹਨ ਝੂਠੀਆਂ ਮਾਨਤਾਵਾਂ ਇਹ ਥੋੜਾ ਜਿਹਾ ਆਪਾਂ ਹੈਡ ਲਿਖ ਲੈਂਦੇ ਜੀ ਨਾਲ ਵਹਿਮ ਭਰਮ ਹੋ ਗਏ ਸਾਡੇ ਵਹਿਮ ਭਰਮ ਇਹਨਾਂ ਦਾ ਝੁਕਾਅ ਜਿਹੜਾ ਹੈਗਾਗਾ ਇੱਕ ਟੀਚਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਵਿਦਿਆਰਥੀਆਂ ਦੇ ਜੋ ਇੱਕ ਸਮਾਜ ਦੇ ਵਿੱਚ ਜਾ ਕੇ ਜਦੋਂ ਆਪਣੇ ਜੀਵਨ ਨੂੰ ਬਤੀਤ ਕਰਦੇ ਹਨ ਤਾਂ ਉਹਨਾਂ ਦੇ ਵਿੱਚ ਜਿਹੜਾ ਇੱਕ ਅੰਧ ਵਿਸ਼ਵਾਸ ਪੈਦਾ ਕਰਨ ਵਾਲੀਆਂ ਸ਼ਕਤੀਆਂ ਹੈਗੀਆਂ ਸਮਾਜ ਦੇ ਵਿੱਚ ਜਾਂ ਝੂਠੀਆਂ ਆਪਾਂ ਕਹਿੰਦੇ ਨੇ ਅਫਵਾਹਾਂ ਜਾਂ ਮਾਨਤਾਵਾਂ ਜਿਹੜੀਆਂ ਹੁੰਦੀਆਂ ਹਨ ਔਰ ਵਹਿਮ ਭਰਮ ਪੈਦਾ ਕਰਦੀਆਂ ਹਨ ਤਾਂ ਸਾਡਾ ਜਿਹੜਾ ਉੱਨਤੀ ਹੈਗੀ ਹੈ ਵਿਕਾਸ ਜਿਹੜਾ ਹੈਗਾ ਉਹ ਰੁਕ ਜਾਂਦਾ ਹੈ ਕਿਉਂਕਿ ਅਸੀਂ ਤਰਕ ਦੇ ਆਧਾਰ ਤੇ ਜਿਹੜੇ ਫੈਸਲੇ ਹੁੰਦੇ ਹਨ ਅਸੀਂ ਉਹ ਸੋਚਣਾ ਤਰਕ ਦੇ ਆਧਾਰ ਤੇ ਬੰਦ ਕਰ ਦਿੰਦੇ ਹਾਂ। ਤਾਂ ਸਿੱਖਿਆ ਦਾ ਮੇਨ ਇੱਕ ਸਮੁਦਾਇ ਦੇ ਵਿੱਚ ਜੋ ਇੱਕ ਟੀਚਰ ਦਾ ਰੋਲ ਹੈ ਕਿ ਇੱਕ ਵਿਦਿਆਰਥੀ ਨੇ ਆਪਣੇ ਜੀਵਨ ਨੂੰ ਕਿੱਥੇ ਬਤੀਤ ਕਰਨਾ ਹੈ ਸਮਾਜ ਦੇ ਵਿੱਚ ਆਪਣੇ ਆਪ ਨੂੰ ਕੀ ਬਣਾਉਣਾ ਇੱਕ ਸਮਾਜਿਕ ਨਾਗਰਿਕ ਬਣਾਉਣਾ ਹੈ। ਤਾਂ ਸਮਾਜਿਕ ਨਾਗਰਿਕ ਹੋਣ ਦੇ ਨਾਤੇ ਉਸਦੇ ਕਈ ਤਰ੍ਹਾਂ ਦੇ ਰੋਲ ਹੁੰਦੇ ਹਨ ਉਹ ਇੱਕ ਟੀਚਰ ਖੁਦ ਆਪਣੇ ਆਪ ਇੱਕ ਰੋਲ ਮਾਡਲ ਬਣ ਕੇ ਉਹਨਾਂ ਭੂਮਿਕਾਵਾਂ ਨੂੰ ਖੁਦ ਇੱਕ ਜ਼ਿੰਮੇਵਾਰੀਆਂ ਦੇ ਆਧਾਰ ਤੇ ਉੱਤੇ ਇੱਕ ਵਿਦਿਆਰਥੀਆਂ ਦੇ ਸਾਹਮਣੇ ਪੇਸ਼ਕਾਰੀ ਕਰਦਾ ਹੈ। ਤਾਂ ਇੱਕ ਟੀਚਰ ਦੀ ਜ਼ਿੰਮੇਵਾਰੀ ਬਣ ਗਈ ਇੱਕ ਟੀਚਰ ਦੀ ਭੂਮਿਕਾ ਹੈ ਜਿਸ ਦੇ ਨਾਲ ਉਹ ਤਰਕ ਦੇ ਆਧਾਰ ਤੇ ਫੈਸਲੇ ਕਰਨੇ ਸ਼ੁਰੂ ਕਰ ਦਿੰਦਾ ਹੈ ਔਰ ਜਿਹੜੇ ਬੱਚਿਆਂ ਦੇ ਵਿੱਚ ਜਿਹੜੇ ਅੰਧ ਵਿਸ਼ਵਾਸ ਹੁੰਦੇ ਹਨ ਜਾਂ ਝੂਠੀਆਂ ਅਫਵਾਹਾਂ ਜਾਂ ਮਾਨਤਾਵਾਂ ਹੁੰਦੀਆਂ ਹਨ ਜਾਂ ਵਹਿਮ ਭਰਮ ਹੁੰਦੇ ਹਨ ਉਹ ਕੀ ਕਰ ਦਿੰਦਾ ਹੈ ਖਤਮ ਕਰ ਦਿੰਦਾ ਹੈ। ਔਰ ਇਸ ਦੇ ਨਾਲ ਹੀ ਸਾਡੇ ਕੋਲ ਜਿਹੜਾ ਨੈਕਸਟ ਸਬ ਪੁਆਇੰਟ ਹੈਗਾ ਸਮੁਦਾਇ ਵਿੱਚ ਸੁਧਾਰ ਇਹ ਤੁਸੀਂ ਥੱਲੇ ਲਿਖ ਲਿਆ ਹੋਣਾ ਜਿਹੜਾ ਲਿਖਿਆ ਸੀਗਾ ਜੀ ਸਮੁਦਾਇ ਵਿੱਚ ਸੁਧਾਰ ਨੈਕਸਟ ਪੁਆਇੰਟ ਹੈਗਾ ਇਸ ਨੂੰ ਲਿਖ ਲਓ ਜੀ ਸਮੁਦਾਇ ਵਿੱਚ ਸੁਧਾਰ ਸਮੁਦਾਇ ਵਿੱਚ ਸੁਧਾਰ ਹੁਣ ਜਿਹੜਾ ਸਮੁਦਾਇ ਦੇ ਵਿੱਚ ਸੁਧਾਰ ਜਿਹੜਾ ਹੈਗਾਗਾ ਉਹ ਕਿਵੇਂ ਆਊਗਾ ਜੀ ਦੇਖੋ ਆਪਾਂ ਗੱਲ ਕੀਤੀ ਕਿ ਜਿਹੜਾ ਇੱਕ ਸਕੂਲ ਹੈਗਾਗਾ ਉਹ ਇੱਕ ਸਮਾਜ ਦਾ ਇੱਕ ਕੀ ਹੈਗਾ ਸੂਖਮ ਰੂਪ ਹੈ। ਜਦੋਂ ਅਸੀਂ ਸੂਖਮ ਰੂਪ ਦੀ ਗੱਲ ਕੀਤੀ ਹੈਗੀ ਹੈ ਜਿਹੜਾ ਇੱਕ ਅਧਿਆਪਕ ਹੈ ਕਹਿੰਦੇ ਨੇ ਉਹਦਾ ਆਪਣੀ ਇੱਕ ਨੌਲੇਜ ਹੁੰਦੀ ਹੈ ਗਿਆਨ ਹੁੰਦਾ ਹੈ ਫਿਰ ਉਸ ਕੋਲ ਜਿਹੜਾ ਆਪਣਾ ਇੱਕ ਖੇਤਰ ਦੇ ਵਿੱਚ ਇੱਕ ਆਪਣੇ ਕੋਲ ਜਿਹੜੀ ਉਹ ਭੂਮਿਕਾ ਨਿਭਾ ਰਿਹਾ ਹੁੰਦਾ ਉਸਦੀ ਉਸ ਨੂੰ ਮਹਾਰਤ ਹੁੰਦੀ ਹੈ ਮਤਲਬ ਉਸ ਨੂੰ ਤਜਰਬਾ ਹੁੰਦਾ ਹੈ। ਤਾਂ ਕਹਿੰਦੇ ਜਿਹੜਾ ਆਪਣਾ ਤਜਰਬਾ ਹੈ ਜਿਹੜਾ ਆਪਣਾ ਗਿਆਨ ਹੈ ਉਸ ਨੂੰ ਆਪਣੀ ਇਹ ਜ਼ਿੰਮੇਵਾਰੀ ਸਮਝਦੇ ਹੋਏ ਔਰ ਆਪਣਾ ਜਿਹੜਾ ਭੂਮਿਕਾ ਹੈਗੀ ਆ ਕਹਿੰਦੇ ਸੰਸਾਰ ਦੇ ਵਿੱਚ ਅਜਿਹਾ ਯੋਗਦਾਨ ਦੇਣਾ ਚਾਹੀਦਾ ਹੈ ਜਿਸ ਦੇ ਨਾਲ ਸਮਾਜ ਸਮੁਦਾਇ ਕੀ ਹੈਗਾ ਉਸ ਦੇ ਵਿੱਚ ਕੀ ਹੋ ਸਕੇ ਸੁਧਾਰ ਲਿਆ ਸਕੇ। ਇਸ ਤਰੀਕੇ ਦੇ ਨਾਲ ਟੀਚਰ ਨੂੰ ਆਪਣੀ ਨੌਲੇਜ ਨੂੰ ਇਸ ਤਰੀਕੇ ਨਾਲ ਅਪ ਟੂ ਡੇਟ ਰੱਖਣਾ ਚਾਹੀਦਾ ਜਿਸ ਦੇ ਨਾਲ ਉਸ ਨੂੰ ਆਉਣ ਵਾਲਾ ਜਿਹੜਾ ਭਵਿੱਖ ਹੈਗਾ ਸਮਾਜ ਦਾ ਉਹ ਖੁਦ ਆਪ ਉਸ ਨੂੰ ਰਚਨਾ ਕਰ ਰਿਹਾ ਹੈ ਰਚਿਤ ਕਰ ਰਿਹਾ ਹੈ ਕਿਹੜੇ ਢੰਗ ਨਾਲ ਸਿੱਖਿਆ ਦੇ ਰੂਪ ਦੇ ਵਿੱਚ। ਤਾਂ ਉਹ ਆਪਣੀ ਭੂਮਿਕਾ ਨਿਭਾ ਰਿਹਾ ਆਪਣੀ ਇੱਕ ਜ਼ਿੰਮੇਵਾਰੀ ਹੈ ਉਸ ਦੀ ਬਣਦੀ ਖੁਦ ਦੀ ਕਿ ਇੱਕ ਅਧਿਆਪਕ ਹੋਣ ਦੇ ਨਾਤੇ ਅਸੀਂ ਵਿਦਿਆਰਥੀਆਂ ਦੇ ਵਿੱਚ ਜਿਹੜੀ ਸਿੱਖਿਆ ਦੇ ਰਾਹੀਂ ਜੋ ਭੂਮਿਕਾ ਨਿਭਾਉਂਦੇ ਆ ਤਾਂ ਕੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਲਈ ਇੱਕ ਗਿਆਨਵਾਦ ਹੋ ਸਕਦੀ ਹੈ। ਤਾਂ ਆਪਾਂ ਕੀ ਕਹਿੰਦਾ ਜਿੱਥੇ ਉੱਥੇ ਕੀ ਹੋਊਗਾ ਬੱਚੇ ਗਿਆਨ ਹਾਸਲ ਕਰਕੇ ਇੱਕ ਸਮੁਦਾਇ ਦੇ ਵਿੱਚ ਵੱਖ-ਵੱਖ ਕਮਿਊਨਿਟੀ ਦਾ ਹਿੱਸਾ ਬਣਨਗੇ ਤਾਂ ਉਹਨਾਂ ਦੇ ਵਿੱਚ ਨੈਚੁਰਲੀ ਇਹ ਸੁਧਾਰ ਦਾ ਰੂਪ ਵੇਖਿਆ ਜਾਊਗਾ ਜਦੋਂ ਟੀਚਰ ਖੁਦ ਆਪਣੇ ਆਪ ਦੇ ਵਿੱਚ ਇਹ ਇੱਕ ਰੋਲ ਐਂਡ ਰਿਸਪੌਂਸਿਬਿਲਟੀ ਨੂੰ ਨਿਭਾਊਗਾ। ਤਾਂ ਲਾਸਟ ਦੇ ਉੱਤੇ ਆਪਾਂ ਇਹਦੇ ਕੋਲ ਵਿੱਚ ਕਨਕਲੂਜਨ ਦੀ ਗੱਲ ਕਰ ਲੈਂਦੇ ਹਾਂ ਜੀ ਸਿੱਟਾ ਕਨਕਲੂਜਨ ओवरऑल ਆਪਾਂ ਦੇਖੋ ਇੱਕ ਟੀਚਰ ਦੀ ਰਿਸਪੌਂਸਿਬਿਲਟੀਜ਼ ਐਂਡ ਰੋਲ ਦੀ ਗੱਲ ਕੀਤੀ ਹੈਗੀ ਚਾਹੇ ਉਹ ਐਜ਼ ਅ ਪੇਰੈਂਟ ਹੋਵੇ ਐਜ਼ ਅ ਪ੍ਰੋਫੈਸ਼ਨਲ ਤੌਰ ਤੇ
ਐਜ਼ ਅ ਸਿਟੀਜ਼ਨ ਦੀ ਗੱਲ ਕੀਤੀ ਗਈ ਹੋਵੇ, ਸਮਾਜ ਦੇ ਵਿੱਚ ਏਕੀਕਰਨ ਦੀ ਗੱਲ ਕੀਤੀ ਗਈ ਹੋਵੇ, ਜਾਂ ਇੱਕ ਸਕੂਲ ਦੇ ਵਿੱਚ ਰਹਿੰਦੇ ਹੋਏ ਜਦੋਂ ਇੱਕ ਸਮਾਜਿਕ ਤਣਾਅ ਜਾਂ ਅਸੀਂ ਪੱਖਪਾਤ ਜਾਂ ਟਕਰਾਅ ਦੀ ਮਹਿਸੂਸ ਕਰਦੇ ਹਾਂ ਗਤੀਵਿਧੀਆਂ ਨੂੰ, ਤਾਂ ਉੱਥੇ ਇੱਕ ਟੀਚਰ ਦਾ ਰੋਲ ਹੁੰਦਾ ਹੈ ਕਿ ਉਹਨਾਂ ਪਰਿਸਥਿਤੀਆਂ ਨੂੰ ਪਹਿਲਾਂ ਜਾਗਰੂਕ ਕਰਵਾਇਆ ਜਾਵੇ, ਫਿਰ ਉਹ ਆਪਣਾ ਇੱਕ ਰੋਲ ਅਦਾ ਕਰੇ ਜਿਸ ਢੰਗ ਦੇ ਨਾਲ ਇਹ ਸਥਿਤੀਆਂ ਤੋਂ ਜਾਣੂ ਹੋ ਗਿਆ ਪਰ ਉਸ ਨੂੰ ਖਤਮ ਕੀਤਾ ਜਾ ਸਕੇ। ਉਹਨਾਂ ਦੇ ਵਿੱਚ ਏਕੀਕਰਨ ਜਿਹੜਾ ਇੱਕ ਪੱਖਪਾਤ ਦਾ ਰੂਪ ਹੈਗਾ ਉਸ ਨੂੰ ਏਕੀਕਰਨ ਦੇ ਵਿੱਚ ਸੰਯੋਜਿਤ ਕੀਤਾ ਜਾ ਸਕੇ, ਤਾਂ ਸੰਯੋਜਿਤ ਹੋ ਕੇ ਇੱਕ ਸਮੁਦਾਇ ਦੇ ਵਿੱਚ ਜਿਹੜਾ ਅਸਲ ਰੂਪ ਜਿਹੜਾ ਹੈਗਾ ਸੁਧਾਰਮਈ ਦਾ ਉਹ ਵੇਖਣ ਨੂੰ ਮਿਲ ਸਕਦਾ ਹੈ। ਤਾਂ ਇਸ ਤਰੀਕੇ ਨਾਲ ਟੀਚਰ ਦੀ ਇੱਕ ਸਮੁਦਾਇ ਦੇ ਪ੍ਰਤੀ ਜਿਹੜੀ ਇੱਕ ਰੋਲ ਐਂਡ ਰਿਸਪੌਂਸਿਬਿਲਟੀ ਸੀਗੀ, ਇਹ ਆਪਾਂ ਵੱਖ-ਵੱਖ ਇੰਟਰੋਡਕਸ਼ਨਸ ਦੇ ਨਾਲ ਵੱਖ-ਵੱਖ ਸਬ ਪੁਆਇੰਟਸ ਦੇ ਨਾਲ ਆਪਾਂ ਇਸ ਨੂੰ ਡਿਸਕਸ ਕੀਤਾ ਹੈ। ਤਾਂ ਨੈਕਸਟ ਲੈਕਚਰ ਦੇ ਵਿੱਚ ਆਪਾਂ ਜੋ ਨੈਕਸਟ ਟੌਪਿਕ ਹੋਊਗਾ ਉਹ ਕੀ ਹੈਗਾ ਜੀ ਆਪਣੇ ਕੋਲੇ ਕਿ ਜਿਹੜਾ ਇੱਕ ਸਮੁਦਾਇ ਦੇ ਪ੍ਰਤੀ ਮੁੱਖ ਅਧਿਆਪਕ, ਇੱਥੇ ਇਕੱਲਾ ਟੀਚਰ ਸੀਗਾ, ਫਿਰ ਹੈਡਮਾਸਟਰ ਦੀ ਗੱਲ ਹੋਊਗੀ ਜੀ, ਮੁੱਖ ਅਧਿਆਪਕ ਦੀਆਂ ਕੀ ਭੂਮਿਕਾਵਾਂ ਹਨ ਅਤੇ ਕੀ ਜ਼ਿੰਮੇਵਾਰੀਆਂ ਹਨ। ਆਪਾਂ ਉਸ ਟੌਪਿਕ ਨੂੰ ਜਿਹੜਾ ਹੈਗਾ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਥੈਂਕ ਯੂ।